TBN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਜਿਹੜੀਆਂ ਖਬਰਾਂ ਨੂੰ ਆਧਾਰ ਬਣਾਵਾਂਗੇ, ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਉਹਨਾਂ ਤੇ ਨਜ਼ਰ ਮਾਰੀਏ। ਕੈਨੇਡਾ ਅਮਰੀਕਾ ਦੀ ਸਰਹੱਦ ਤੇ ਲੱਗੀ ਪਾਬੰਦੀ ਵਿੱਚ 1 ਮਹੀਨੇ ਦਾ ਹੋਇਆ ਹੋਰ ਵਾਧਾ। ਕਿਸਾਨ ਆਗੂ ਰਾਕੇਸ਼ ਟਕੈਤ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ। ਹਾਈ ਕੋਰਟ ਨੇ ਆਸਾਰਾਮ ਦੀ ਜ਼ਮਾਨਤ ਅਰਜ਼ੀ ਕੀਤੀ ਖਾਰਜ। ਡੇਰਾ ਮੁਖੀ ਨੂੰ ਜੇਲ੍ਹ ਤੋਂ ਬਾਹਰ ਕੱਢਣ ਦੀ ਯੋਜਨਾ ਦਾ ਖੁਲਾਸਾ। ਵਿਜੇ ਸੰਪਲਾ ਅਰਦਾਸ ਕਰਨ ਵਾਲੇ ਗੁਰਮੇਲ ਸਿੰਘ ਖਾਲਸਾ ਦੇ ਹੱਕ ਵਿੱਚ ਆਏ। ਡੇਰਾ ਮੁਖੀ ਨੂੰ ਸਿਰਸਾ ਲਿਆਉਣ ਦਾ ਰਾਹ ਪੱਧਰਾ। ਰਾਮ ਰਹੀਮ ਦੀ ਪੈਰੋਲ ਤੇ ਅਕਾਲ ਤਖਤ ਦੇ ਜਥੇਦਾਰ ਨੇ ਕੀਤੀ ਸਖਤ ਵਿਰੋਧਤਾ। ਡੇਰਾ ਮੁਖੀ ਦੀ ਪੈਰੋਲ ਤੇ ਰਿਹਾਈ ਤੋਂ ਬਾਅਦ ਮੁੜ ਜੇਲ੍ਹ ਵਾਪਸੀ ਅਤੇ ਦਿੱਲੀ ਪੁਲਿਸ ਵੱਲੋਂ ਅਦਾਲਤ ਵਿੱਚ ਚਾਰਜਸ਼ੀਟ ਦਾਖਲ। ਦੀਪ ਸਿੱਧੂ ਸਮੇਤ 16 ਲੋਕ ਬਣਾਏ ਮੁਲਜ਼ਮ। ਦੋਸਤੋ, ਇਹ ਕੁਝ ਖਬਰਾਂ ਨੇ ਜਿਨ੍ਹਾਂ ਨੂੰ ਆਧਾਰ ਬਣਾਵਾਂਗੇ, ਵਿਚਾਰ ਚਰਚਾ ਕਰਾਂਗੇ ਤੇ ਕੁਝ ਟਿੱਪਣੀਆਂ ਵੀ ਕੀਤੀਆਂ ਜਾਣਗੀਆਂ। ਇਸ ਤੋਂ ਪਹਿਲਾਂ ਕਿ ਇੱਧਰ ਨੂੰ ਵਧੀਏ, ਤੁਹਾਨੂੰ ਸਭਨਾਂ ਨੂੰ ਦਿਲੀ ਅਪੀਲ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਤੇ ਨਾਲ ਹੀ ਇੱਕ ਬੇਨਤੀ ਹੋਰ, ਹਰ ਰੋਜ਼ ਵੈਨਕੂਵਰ ਦੇ ਸਮੇਂ ਦੇ ਮੁਤਾਬਕ ਸਵੇਰੇ 7 ਵਜੇ, ਪੰਜਾਬ ਦੇ ਸਮੇਂ ਦੇ ਅਨੁਸਾਰ ਸ਼ਾਮ ਦੇ 7:30 ਵਜੇ ਇੱਕ ਹੋਰ ਪ੍ਰੋਗਰਾਮ ਲਾਈਵ ਪੰਜਾਬ ਬੋਲਦਾ ਪੇਸ਼ ਕੀਤਾ ਜਾਂਦਾ ਹੈ। ਕਿਰਪਾ ਕਰਕੇ ਉਸ ਵਿੱਚ ਜੁੜਿਆ ਕਰੋ ਤੇ ਤੁਹਾਡੇ ਸਵਾਲ, ਤੁਹਾਡੀਆਂ ਟਿੱਪਣੀਆਂ ਲਾਈਵ ਉਸ ਪ੍ਰੋਗਰਾਮ ਦੌਰਾਨ ਲਈਆਂ ਜਾਂਦੀਆਂ ਨੇ। ਤੇ ਆਓ ਹੁਣ ਇਕੱਲੀ ਖਬਰ ਤੇ ਨਜ਼ਰ ਮਾਰੀਏ। ਸਭ ਤੋਂ ਪਹਿਲੀ ਖਬਰ ਵੱਡੀ ਖਬਰ ਹੈ। ਕੈਨੇਡਾ ਅਮਰੀਕਾ ਵਿੱਚ ਰਹਿਣ ਵਾਲੇ ਲੋਕਾਂ ਦੇ ਵਾਸਤੇ ਇਹ ਖਬਰ ਕਾਫੀ ਅਹਿਮੀਅਤ ਰੱਖਦੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਨੇ ਇੱਕ ਵਾਰੀ ਫਿਰ ਤੋਂ ਐਲਾਨ ਕਰ ਦਿੱਤਾ ਹੈ ਕਿ ਕੋਵਿਡ-19 ਦੇ ਫੈਲਾਅ ਨੂੰ ਰੋਕਣ ਦੇ ਵਾਸਤੇ ਕੈਨੇਡਾ ਦੀ ਅਮਰੀਕਾ ਨਾਲ ਲੱਗਦੀ ਸਰਹੱਦ ਤੇ ਜਿਹੜੀ ਗੈਰ ਜ਼ਰੂਰੀ ਯਾਤਰਾ ਤੇ ਪਾਬੰਦੀ ਲੱਗੀ ਹੋਈ ਹੈ, ਉਹਦੇ ਵਿੱਚ 1 ਮਹੀਨੇ ਲਈ ਭਾਵ 21 ਜੂਨ ਤੱਕ ਦਾ ਫਿਰ ਤੋਂ ਵਾਧਾ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਟਰੂਡੋ ਹੋਰਾਂ ਨੇ ਟਵੀਟ ਕੀਤਾ ਹੈ ਕਿ ਤੁਹਾਡੀ ਸਿਹਤ ਦੀ ਰੱਖਿਆ ਕਰਨ ਅਤੇ ਕੋਵਿਡ-19 ਦੇ ਫੈਲਾਅ ਨੂੰ ਸੀਮਿਤ ਕਰਨ ਲਈ ਅਸੀਂ ਮੌਜੂਦਾ ਸਮੇਂ ਇਹਨਾਂ ਉਪਾਵਾਂ ਨੂੰ 30 ਦਿਨਾਂ ਦੇ ਵਾਸਤੇ ਹੋਰ ਵਧਾ ਰਹੇ ਹਾਂ ਤੇ ਇਹ ਜਿਹੜੀ ਪਾਬੰਦੀ ਹੈ ਹੁਣ 21 ਜੂਨ ਤੱਕ ਲੱਗੀ ਰਹੇਗੀ। ਦੱਸਣਾ ਬਣਦਾ ਹੈ ਕਿ ਇਹ ਪਾਬੰਦੀ ਸਾਲ 2020 ਦੇ ਮਾਰਚ ਮਹੀਨੇ ਦੇ ਲਗਭਗ ਆਖਰੀ ਹਫ਼ਤੇ ਲਾਗੂ ਕਰ ਦਿੱਤੀ ਗਈ ਸੀ ਅਤੇ ਇਸ ਪਾਬੰਦੀ ਨੂੰ ਹਰ 1 ਮਹੀਨੇ ਲਈ ਵਧਾ ਦਿੱਤਾ ਜਾਂਦਾ ਹੈ। ਤੇ ਭਾਵੇਂ ਸਪਲਾਈ ਚੇਨ ਹੈ, ਕੁਝ ਲੋੜੀਂਦੀਆਂ ਸੇਵਾਵਾਂ ਨੇ ਉਹ ਪ੍ਰਭਾਵਿਤ ਨਹੀਂ ਹੋਣ ਦਿੱਤੀਆਂ। ਜਿਹੜੇ ਜ਼ਰੂਰੀ ਕੰਮਾਂ ਕਾਰਾਂ ਵਾਲੇ ਨੇ ਉਹ ਸਰਹੱਦ ਦੇ ਆਰ ਪਾਰ ਆ ਜਾ ਸਕਦੇ ਹੈ, ਪਰ ਘੁੰਮਣ ਫਿਰਨ ਦੇ ਸ਼ੌਕੀਨ ਜਾਂ ਫਿਰ ਜਿਹੜੇ ਖਰੀਦੋ ਫਰੋਖਤ ਕਰਨ ਵਾਲੇ ਸਨ, ਉਹਨਾਂ ਦੇ ਉੱਤੇ ਲਗਭਗ ਬੀਤੇ ਵਰੇ ਮਾਰਚ ਮਹੀਨੇ ਦੇ ਆਖਰੀ ਹਫ਼ਤੇ ਤੋਂ ਪਾਬੰਦੀ ਲੱਗੀ ਹੋਈ ਹੈ। ਦੋਵਾਂ ਮੁਲਕਾਂ ਦੇ ਵਿੱਚ ਟੀਕਾਕਰਨ ਵੱਡੀ ਪੱਧਰ ਤੇ ਹੋ ਰਿਹਾ ਹੈ ਤੇ ਇਸ ਸਰਹੱਦ ਨੂੰ ਦੁਬਾਰਾ ਮੁੜ ਖੋਲ੍ਹਣ ਦੀ ਮੰਗ ਵੀ ਉੱਠਦੀ ਜਾ ਰਹੀ ਹੈ। ਕੈਨੇਡੀਅਨ ਚੈਂਬਰ ਆਫ ਕਮਰਸ ਦੇ CEO ਪੈਰਨ ਬੀਟੀ ਨੇ ਕਿਹਾ ਹੈ ਕਿ 14 ਮਹੀਨਿਆਂ ਦੇ ਬੰਦ ਕਾਰੋਬਾਰਾਂ ਨੇ ਖਾਸ ਕਰਕੇ ਸੈਰ ਸਪਾਟਾ ਖੇਤਰ ਲਈ ਭਾਰੀ ਮੁਸ਼ਕਲਾਂ ਖੜੀਆਂ ਹੋਈਆਂ ਨੇ। ਕੁੱਲ 2 ਬਿਲੀਅਨ ਕੈਨੇਡੀਅਨ ਡਾਲਰ ਦਾ ਵਪਾਰ ਹਰ ਰੋਜ਼ ਕੈਨੇਡਾ US ਸਰਹੱਦ ਤੇ ਹੁੰਦਾ ਸੀ, ਆਰ ਪਾਰ ਦੋਵੇਂ ਪਾਸੇ। ਅਤੇ ਇਸ ਕੋਵਿਡ-19 ਦੇ ਲੋਕਡਾਊਨ ਜਾਂ ਤਾਲਾਬੰਦੀ ਜਾਂ ਇਹ ਸਰਹੱਦ ਜਿਹੜੀ ਬੰਦ ਕੀਤੀ ਹੋਈ ਹੈ, ਉਹਦੇ ਤੋਂ ਪਹਿਲਾਂ ਤਕਰੀਬਨ 3 ਲੱਖ ਲੋਕ ਰੋਜ਼ਾਨਾ ਇਸ ਸਰਹੱਦ ਦੇ ਆਰ ਪਾਰ ਆਉਂਦੇ ਜਾਂਦੇ ਸਨ। ਪਰ ਹੁਣ ਇਹ ਪਿਛਲੇ ਸਾਲ ਮਾਰਚ ਮਹੀਨੇ ਤੋਂ ਸਭ ਕੁਝ ਠੱਪ ਹੋਇਆ ਪਿਆ। ਵਪਾਰ ਵੱਡੀ ਪੱਧਰ ਤੇ ਪ੍ਰਭਾਵਿਤ ਨੇ, ਪਰ ਪਹਿਲਾਂ ਕਹਿੰਦੇ ਜਾਨਾਂ ਤੇ ਫਿਰ ਵਪਾਰ। ਤੇ ਅਗਲੀ ਖਬਰ ਕਿਸਾਨ ਮੋਰਚੇ ਨਾਲ ਜੁੜੀ ਖਬਰ ਹੈ। ਕਿਸਾਨ ਆਗੂ ਰਾਕੇਸ਼ ਟਕੈਤ ਦੇ ਹੰਝੂਆਂ ਨੂੰ ਕੌਣ ਭੁੱਲ ਸਕਦਾ ਹੈ? ਲਗਾਤਾਰ ਬਾਰਡਰਾਂ ਤੇ ਡਟੇ ਹੋਏ ਨੇ, ਇਹ ਵੀ ਕੌਣ ਭੁੱਲ ਸਕਦਾ ਹੈ? ਹੁਣ ਉਹ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਨੇ ਰਾਕੇਸ਼ ਟਕੈਤ। ਖਬਰ ਇੱਕ ਵਾਰੀ ਫੇਰ ਮਿਲੀ ਆ ਕਿ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਨੇ। ਇਸ ਤੋਂ ਬਾਅਦ ਦਿੱਲੀ ਪੁਲਿਸ ਦੇ ਨਾਲ UP ਪੁਲਿਸ ਵੀ ਦੱਸਿਆ ਜਾ ਰਿਹਾ ਕਿ ਹਰਕਤ ਵਿੱਚ ਹੈ। ਕਿਸਾਨ ਜਥੇਬੰਦੀਆਂ ਦੇ ਵਿੱਚ ਇਸ ਖਬਰ ਨੂੰ ਲੈ ਕੇ ਭਾਰੀ ਨਾਰਾਜ਼ਗੀ ਹੈ ਤੇ ਉਹ ਗੁੱਸੇ ਵਿੱਚ ਨੇ। ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਇਸ ਤੋਂ ਪਹਿਲਾਂ ਰਾਕੇਸ਼ ਟਕੈਤ ਨੂੰ ਇੱਕ ਵਾਰ ਨਹੀਂ ਕਈ ਵਾਰੀ ਜਾਨੋਂ ਮਾਰਨ ਦੀਆਂ ਪਹਿਲਾਂ ਵੀ ਧਮਕੀਆਂ ਮਿਲੀਆਂ ਨੇ ਤੇ ਉਸ ਸੰਬੰਧੀ ਗਾਜ਼ੀਆਬਾਦ ਪੁਲਿਸ ਦੇ ਵਿੱਚ ਉਹਨਾਂ ਕੋਲ ਕੇਸ ਵੀ ਦਰਜ ਨੇ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਬੀਤੇ ਲਗਭਗ 6 ਮਹੀਨਿਆਂ ਤੋਂ ਦਿੱਲੀ UP ਦੀ ਗਾਜ਼ੀਪੁਰ ਸਰਹੱਦ ਤੇ ਰਾਕੇਸ਼ ਟਕੈਤ ਦੀ ਅਗਵਾਈ ਦੇ ਵਿੱਚ ਖੇਤੀ ਦੇ ਜਿਹੜੇ 3 ਕੇਂਦਰ ਨੇ ਕਾਨੂੰਨ ਬਣਾਏ ਸੀ, ਉਹਨਾਂ ਵਿਰੁੱਧ ਜਿਹੜਾ ਸੰਘਰਸ਼ ਚੱਲ ਰਿਹਾ ਹੈ ਤੇ ਇਹਨਾਂ ਦੀ ਅਗਵਾਈ ਦੇ ਵਿੱਚ ਉਸ ਬਾਰਡਰ ਤੇ ਚੱਲ ਰਿਹਾ ਹੈ।
ਇਸੇ ਬਾਰਡਰ ਤੇ ਰਾਕੇਸ਼ ਟਕੈਤ ਦੀ ਅੱਖ ਦੇ ਵਿੱਚੋਂ ਅਥਰੂ ਡੁੱਲੇ ਸੀ, ਜਿਸ ਤੋਂ ਬਾਅਦ 26 ਜਨਵਰੀ ਵਾਲਾ ਜਿਹੜਾ ਕਾਂਡ ਵਾਪਰਿਆ ਸੀ, ਦੁਬਾਰਾ ਫੇਰ ਇਸ ਲਹਿਰ ਦੇ ਵਿੱਚ ਨਵੀਂ ਰੂਹ ਫੂਕ ਦਿੱਤੀ ਗਈ ਸੀ। ਰਾਕੇਸ਼ ਟਕੈਤ ਨੂੰ ਤਿੰਨੇ ਇਹਨਾਂ ਕੇਂਦਰੀ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਕੁਝ ਇੱਕ ਫੋਨਾਂ ਤੇ ਲੋਕ ਧਮਕੀਆਂ ਦੇ ਰਹੇ ਨੇ। ਇਹ ਵੱਖੋ-ਵੱਖ 4 ਮੋਬਾਈਲ ਨੰਬਰ ਨੇ। WhatsApp ਦੇ ਉੱਤੇ ਉਹਨਾਂ ਨੂੰ ਕੁਝ ਅਸ਼ਲੀਲ ਮੈਸੇਜ ਭੇਜੇ ਜਾ ਰਹੇ ਨੇ। ਇਸ ਨਾਲ ਰਾਕੇਸ਼ ਟਕੈਤ ਤੋਂ ਸਿਰਫ ਮੈਸੇਜ ਜਾਂ ਜਾਨੋਂ ਮਾਰਨ ਦੀਆਂ ਧਮਕੀਆਂ ਨਹੀਂ, ਕੁਝ ਫਰੌਤੀ, ਕੁਝ ਪੈਸੇ ਵੀ ਮੰਗੇ ਜਾ ਰਹੇ ਨੇ। ਹੁਣ ਭਾਰਤੀ ਕਿਸਾਨ ਯੂਨੀਅਨ ਸੰਗਠਨ ਦੇ ਜ਼ਿਲ੍ਹਾ ਇੰਚਾਰਜ ਨੇ ਜੈ ਕੁਮਾਰ, ਉਹਨਾਂ ਦੇ ਵੱਲੋਂ ਰਾਕੇਸ਼ ਟਕੈਤ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਦੇ ਬਾਰੇ ਗਾਜ਼ੀਆਬਾਦ ਦੇ ਕੁਸੰਬੀ ਥਾਣਾ ਇਲਾਕੇ ਦੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਤੇ ਦੂਸਰੇ ਪਾਸੇ ਗਾਜ਼ੀਆਬਾਦ ਦੇ SP ਸ਼ਹਿਰੀ ਤੇ ਗਿਆਨਇੰਦਰ ਸਿੰਘ ਨੇ ਦੱਸਿਆ ਕਿ ਇੱਕ ਰਿਪੋਰਟ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਸ ਤੇ ਨਿਗਰਾਨੀ ਟੀਮ ਵੀ ਆਪਣਾ ਕੰਮ ਸ਼ੁਰੂ ਕਰ ਚੁੱਕੀ ਹੈ। ਦੱਸਣਾ ਬਣਦਾ ਕਿ ਇਸ ਤੋਂ ਪਹਿਲਾਂ ਰਾਕੇਸ਼ ਟਕੈਤ ਨੂੰ 2 ਵਾਰ ਫੋਨ ਤੇ ਧਮਕੀਆਂ ਮਿਲੀਆਂ ਸੀ। ਪਹਿਲੀ ਧਮਕੀ ਦੇਣ ਵਾਲਾ ਵਿਅਕਤੀ ਬਿਹਾਰ ਤੋਂ ਗ੍ਰਿਫਤਾਰ ਕਰ ਲਿਆ ਸੀ। ਦੂਸਰੀ ਵਾਰ ਧਮਕੀ ਦੇਣ ਵਾਲਾ ਹਾਲੇ ਪੁਲਿਸ ਦੀ ਪਕੜ ਤੋਂ ਬਾਹਰ ਹੈ ਅਤੇ ਇਹ ਤੀਸਰਾ ਮਾਮਲਾ ਹੈ ਜਦੋਂ ਕਿਸਾਨ ਆਗੂ ਰਾਕੇਸ਼ ਟਕੈਤ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਆਈਆਂ ਹੋਣ, ਅਸ਼ਲੀਲ ਮੈਸੇਜ ਆਏ ਹੋਣ ਅਤੇ ਪੈਸਿਆਂ ਦੀ ਮੰਗ ਕੀਤੀ ਗਈ ਹੋਵੇ। ਆਪਣੇ ਆਪ ਦੇ ਵਿੱਚ ਜੇਕਰ ਕੋਈ ਬਹੁਤ ਵੱਡਾ ਸੂਰਮਾ ਹੈ ਜਿਹੜਾ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ, ਮੈਂ ਟਿੱਪਣੀ ਕਰ ਰਿਹਾ ਰਾਕੇਸ਼ ਟਕੈਤ ਹੋਣੀ ਤੇ ਬਾਕੀ ਕਿਸਾਨ ਆਗੂ, ਇਸ ਵਕਤ ਉਹਨਾਂ ਕੋਲ ਕੋਈ ਸਿਕਿਉਰਿਟੀ ਨਹੀਂ। ਇਸ ਵਕਤ ਉਹ ਮੋਰਚੇ ਤੇ ਡਟੇ ਹੋਏ ਨੇ। ਹੌਸਲਾ ਕਰੋ, ਕੋਈ ਗੱਲ ਹੈ, ਤੁਹਾਡੇ ਵਿਚਾਰਾਂ ਦਾ ਤਕਰਾਰ ਹੈ, ਤੁਸੀਂ ਕਾਨੂੰਨ ਦੀ ਹਾਮੀ ਭਰ ਰਹੇ ਹੋ, ਵਿਰੋਧਤਾ ਕਰ ਰਹੇ ਨੇ, ਸਾਹਮਣੇ ਬੈਠ ਕੇ ਡਿਬੇਟ ਕਰ ਲਓ। ਦੱਸੋ ਭਾਈ ਤੁਸੀਂ ਉਸ ਦੀ ਹਾਮੀ ਕਿਉਂ ਭਰ ਰਹੇ ਹੋ, ਉਹਨਾਂ ਨੂੰ ਪੁੱਛੋ ਕਿ ਤੁਸੀਂ ਕਿਉਂ ਵਿਰੋਧਤਾ ਕਰ ਰਹੇ ਹੋ। ਉਹਨਾਂ ਨੇ ਤਾਂ ਖੈਰ ਇੱਕ ਵਾਰ ਨਹੀਂ ਅਨੇਕਾਂ ਵਾਰ ਦੱਸਿਆ ਹੈ, ਬੀਤੇ 6 ਮਹੀਨਿਆਂ ਤੋਂ ਦੱਸਦੀ ਆ ਰਹੇ ਆ ਕਿ ਅਸੀਂ ਕਿਉਂ ਵਿਰੋਧਤਾ ਕਰ ਰਹੇ ਹਾਂ। ਤੁਸੀਂ ਆਪਣਾ ਪੱਖ ਰੱਖਣਾ ਚਾਹੁੰਦੇ ਹੋ, ਜਾ ਕੇ ਗੱਲਬਾਤ ਕਰੋ। ਆ ਧਮਕੀਆਂ ਨਾਲ ਕੁਝ ਨਹੀਂ ਬਣਨਾ। ਤੇ ਅੱਜ 2 ਡੇਰਿਆਂ ਦੇ ਮੁਖੀਆ ਆਖੀ, ਜਾਂ ਕਈ ਲੋਕ ਸਾਧ ਕਹਿੰਦੇ ਆ, ਕਈ ਲੋਕ ਪਖੰਡੀ ਕਹਿੰਦੇ ਆ, ਕੁਝ ਵੀ ਆਖੋ, 2 ਵਿਅਕਤੀ ਅੱਜ ਚਰਚਾ 'ਚ ਨੇ, ਇੱਕ ਆਸਾ ਰਾਮ ਅਤੇ ਇੱਕ ਗੁਰਮੀਤ ਰਾਮ ਰਹੀਮ। ਸਭ ਤੋਂ ਪਹਿਲਾਂ ਆਸਾ ਰਾਮ ਤੋਂ ਗੱਲ ਸ਼ੁਰੂ ਕਰਦੇ ਹਾਂ। ਆਸਾ ਰਾਮ ਕੁਕਰਮ ਦੇ ਇੱਕ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ ਤੇ ਆਸਾ ਰਾਮ ਨੇ ਅੰਤਰਿਮ ਜ਼ਮਾਨਤ ਵਾਸਤੇ ਇੱਕ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਰਾਜਸਥਾਨ ਦੀ ਹਾਈ ਕੋਰਟ ਨੇ ਅੱਜ ਖਾਰਜ ਕਰ ਦਿੱਤਾ। ਅਦਾਲਤ ਨੇ ਏਮਜ਼ ਨੂੰ ਨਿਰਦੇਸ਼ ਵੀ ਦਿੱਤੇ ਨੇ ਕਿ ਐਲੋਪੈਥੀ ਤਰੀਕੇ ਨਾਲ ਅਲਸਰ ਦਾ ਇਲਾਜ ਕੀਤਾ ਜਾਵੇ। ਜੇਕਰ ਸਿਹਤ ਵਿੱਚ ਸੁਧਾਰ ਹੈ ਤਾਂ ਫਿਰ ਉਸ ਨੂੰ ਦੁਬਾਰਾ ਜੇਲ੍ਹ ਭੇਜਿਆ ਜਾਵੇ। ਆਸਾ ਰਾਮ ਨੂੰ ਜੇਲ੍ਹ ਵਿੱਚ ਹੁਣ ਸ਼ਿਫਟ ਕੀਤਾ ਜਾ ਸਕਦਾ ਹੈ। ਹਾਈ ਕੋਰਟ ਦੇ ਜੱਜ ਸੰਦੀਪ ਮਹਿਤਾ ਅਤੇ ਦਵਿੰਦਰ ਕਛਵਾ ਦੀ ਬੈਂਚ ਨੇ ਅੰਤਰਿਮ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ। ਮਾਮਲੇ ਦੀ ਸੁਣਵਾਈ ਲਗਭਗ ਅੱਧਾ ਘੰਟਾ ਚੱਲੀ। ਆਸਾ ਰਾਮ ਨੇ ਅਸਲ ਦੇ ਵਿੱਚ ਪਟੀਸ਼ਨ ਦੇ ਵਿੱਚ ਅਰਜ਼ੀ ਦੇ ਵਿੱਚ ਕਿਹਾ ਸੀ ਕਿ ਐਲੋਪੈਥੀ ਦੀ ਬਜਾਏ ਉਹ ਆਯੁਰਵੈਦ ਨਾਲ ਇਲਾਜ ਕਰਵਾਉਣਾ ਚਾਹੁੰਦਾ ਤੇ ਉਹਨੂੰ ਆਗਿਆ ਦਿੱਤੀ ਜਾਵੇ। ਅਦਾਲਤ ਨੇ ਇਹ ਪਟੀਸ਼ਨ ਖਾਰਜ ਕਰਦੇ ਕਿਹਾ ਕਿ ਏਮਜ਼ ਦੇ ਵਿੱਚ ਉਹਦਾ ਇਲਾਜ ਕੀਤਾ ਜਾਵੇ, ਜੇ ਠੀਕ ਹੈ ਦੁਬਾਰਾ ਜੇਲ੍ਹ ਭੇਜਿਆ ਜਾਵੇ। ਆਸਾ ਰਾਮ ਨੇ 2 ਅਰਜ਼ੀਆਂ ਹਾਈ ਕੋਰਟ ਦੇ ਵਿੱਚ ਦਾਖਲ ਕੀਤੀਆਂ ਸੀ। ਪਹਿਲੀ ਅਰਜ਼ੀ ਅੰਤਰਿਮ ਜ਼ਮਾਨਤ ਵਾਸਤੇ ਸੀ, ਦੂਸਰੀ ਅਰਜ਼ੀ ਆਯੁਰਵੇਦ ਤਰੀਕੇ ਨਾਲ ਇਲਾਜ ਵਾਸਤੇ ਸੀ। ਅਦਾਲਤ ਨੇ ਦੋਵੇਂ ਅਰਜ਼ੀਆਂ ਖਾਰਜ ਕਰ ਦਿੱਤੀਆਂ ਨੇ ਤੇ ਸਾਫ਼ ਆਖ ਦਿੱਤਾ ਏਮਜ਼ ਨੂੰ ਕਿ ਇਲਾਜ ਕਰੋ, ਸਿਹਤ ਸੁਧਾਰਾ, ਜੇਲ੍ਹ ਭੇਜੋ, ਪਰ ਆ ਜਿਹੜੇ ਪਖੰਡ ਜੇ ਕਰਦਾ ਨਾ, ਇਹ ਚੱਲਣੇ ਨਹੀਂ, ਇਹਨੂੰ ਦੁਬਾਰਾ ਜੇਲ੍ਹ 'ਚ ਡੱਕੋ। ਤੇ ਜਿਹੜੀ ਦੂਸਰੀ ਵੱਡੀ ਖਬਰ ਅੱਜ ਲਗਭਗ ਬੀਤੇ ਕਈਆਂ ਘੰਟਿਆਂ ਤੋਂ ਚੱਲ ਰਹੀ ਹੈ ਕਿ ਗੁਰਮੀਤ ਰਾਮ ਰਹੀਮ ਨੂੰ 48 ਘੰਟਿਆਂ ਦੀ ਡੇਰਾ ਸਿਰਸਾ ਦੇ ਮੁਖੀ ਨੂੰ ਪੈਰੋਲ ਤੇ ਰਿਹਾ ਕਿਉਂ ਕੀਤਾ ਗਿਆ, ਜੇਲ੍ਹ ਦੇ ਵਿੱਚੋਂ ਬਾਹਰ ਕਿਉਂ ਕੱਢਿਆ ਗਿਆ। ਇਹ ਕਈ ਘਟਨਾਕ੍ਰਮ ਨੇ, ਇੱਕ ਦੂਸਰੇ ਨਾਲ ਜੁੜੇ ਹੋਏ ਨੇ। ਕੋਸ਼ਿਸ਼ ਕਰਦੇ ਹਾਂ ਕਿ ਸਾਰਿਆਂ ਦੇ ਉੱਤੇ ਨਜ਼ਰ ਮਾਰੀ ਜਾਵੇ। ਸ਼ਾਇਦ ਤੁਹਾਨੂੰ ਯਾਦ ਹੋਊ 2 ਦਿਨ ਪਹਿਲਾਂ ਪਿੰਡ ਬੀੜ ਤਲਾਬ ਜ਼ਿਲ੍ਹਾ ਬਠਿੰਡਾ 'ਚ ਪੈਂਦਾ, ਉੱਥੋਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਮੀਤ ਰਾਮ ਰਹੀਮ ਦੇ ਹੱਕ ਵਿੱਚ ਅਰਦਾਸ ਸਵੇਰ ਵਕਤ ਕੀਤੀ ਗਈ ਤੇ ਸ਼ਾਮ ਹੁੰਦਿਆਂ ਖਬਰ ਆ ਗਈ ਕਿ ਉਹਦੀ ਰਿਹਾਈ ਹੋ ਗਈ, ਉਹਨੂੰ ਪੈਰੋਲ ਮਿਲ ਗਈ। ਇਹਨੂੰ ਭਾਜਪਾ ਦੀ ਇੱਕ ਯੋਜਨਾਬੱਧ ਸਾਜ਼ਿਸ਼ ਕਰਾਰ ਦਿੱਤਾ ਜਾ ਰਿਹਾ ਹੈ, ਕਿਉਂਕਿ ਭਾਜਪਾ ਦੱਸਿਆ ਜਾ ਰਿਹਾ ਕਿ ਆਪਣੀ ਸ਼ਾਖ ਬਚਾਉਣ ਦੇ ਵਾਸਤੇ ਪੰਜਾਬ ਨੂੰ ਫਿਰ ਤੋਂ ਅੱਗ ਵਿੱਚ ਝੋਕਣਾ ਚਾਹੁੰਦੀ ਹੈ। ਪੰਜਾਬ ਦੇ ਵਿੱਚ ਇਸ ਵਕਤ ਕਿਤੇ ਲੱਭਿਆ ਨਹੀਂ ਲੱਭਦੀ ਭਾਰਤੀ ਜਨਤਾ ਪਾਰਟੀ। ਉਹਨੂੰ ਲੱਗਦਾ ਹੈ ਕਿ ਫਿਰ ਤੋਂ ਸਿਆਸਤ ਕੀਤੀ ਜਾਵੇ ਤੇ ਡੇਰੇ ਕੋਲ ਉਹਨਾਂ ਨੂੰ ਲੱਗਦਾ ਕਿ ਖਾਸ ਕਰਕੇ ਮਾਲਵਾ ਬੈਲਟ ਵਿੱਚ ਬਹੁਤ ਵੱਡਾ ਵੋਟ ਬੈਂਕ ਹੈ ਤੇ ਇਹਨੂੰ ਕਿਉਂ ਨਾ ਆਪਣੇ ਹੱਕ ਵਿੱਚ ਭੁਗਤਾਇਆ ਜਾਵੇ। ਇਹਨਾਂ ਗੱਲਾਂ ਦਾ ਖੁਲਾਸਾ ਕੀਤਾ ਪਰਮਿੰਦਰ ਸਿੰਘ ਬਾਲਿਆਂਵਾਲੀ ਨੇ,
ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਮਾਨ ਦੇ, ਸ਼੍ਰੋਮਣੀ ਅਕਾਲੀ ਦਲ ਮਾਨ ਦਾ ਇੱਕ ਵਫਦ ਐਸਐਸਪੀ ਬਠਿੰਡਾ ਨੂੰ ਉਚੇਚੇ ਤੌਰ ਤੇ ਮਿਲ ਕੇ ਆਇਆ, ਜਿਨ੍ਹਾਂ ਨੇ ਦੋਸ਼ ਲਾਇਆ ਹੈ ਕਿ ਇਸ ਘਟਨਾ ਨੂੰ ਅੰਜਾਮ ਜਿਹੜੀ ਅਰਦਾਸ ਕੀਤੀ ਗਈ ਇਕੱਲੇ ਗੁਰਮੇਲ ਸਿੰਘ ਖਾਲਸਾ ਨੇ ਨਹੀਂ ਦਿੱਤਾ, ਸਗੋਂ ਉਹਦੇ ਵਿੱਚ ਕਈ ਹੋਰ ਵਿਅਕਤੀ ਵੀ ਸ਼ਾਮਲ ਨੇ। ਇਸ ਲਈ ਉਹ ਕਹਿੰਦੇ ਇਸ ਮਾਮਲੇ ਦੇ ਵਿੱਚ 295 ਏ ਦੇ ਨਾਲ 126(20) ਧਾਰਾ ਵੀ ਜੋੜੀ ਜਾਵੇ ਤੇ ਗੰਭੀਰਤਾ ਨਾਲ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾਵੇ। ਉਹਨਾਂ ਦਾ ਕਹਿਣਾ ਸੀ ਕਿ ਪੜਤਾਲ ਕਰਨ ਤੇ ਸਾਨੂੰ ਪਤਾ ਲੱਗਾ ਕਿ ਜਿੰਨੀ ਕਿ ਅਸੀਂ ਘੋਖ ਪੜਤਾਲ ਕੀਤੀ ਹੈ ਕਿ ਉਂਝ ਹੀ ਨਹੀਂ ਅਰਦਾਸ ਹੋਊਗੀ। ਅਰਦਾਸਾਂ ਤਾਂ ਮੈਂ ਕੱਲ ਵੀ ਕਿਹਾ ਸੀ ਕਿ ਹਰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਘਰ ਵੀ ਹੁੰਦੀਆਂ ਨੇ, ਕਦੇ ਕੋਈ ਵੀਡੀਓ ਨਹੀਂ ਬਣਾਉਂਦਾ ਤੇ ਵੀਡੀਓ ਬਣਾ ਕੇ ਫਿਰ ਵਾਇਰਲ ਨਹੀਂ ਕਰਦਾ। ਉਹ ਕਹਿੰਦੇ ਯੋਜਨਾ ਦਾ ਪਤਾ ਲੱਗਿਆ, ਖੁਲਾਸਾ ਹੋਇਆ ਕਿ ਇਹ ਇੱਕ ਗਿਣੀ ਮਿਥੀ ਸਾਜ਼ਿਸ਼ ਯੋਜਨਾ ਉਲੀਕੀ ਗਈ। ਗੁਰਮੀਤ ਰਾਮ ਰਹੀਮ ਨੂੰ ਪੈਰੋਲ ਤੇ ਰਿਹਾ ਕਿਵੇਂ ਕਰਵਾਇਆ ਜਾਵੇ। ਉਸੇ ਦਿਨ ਸਭ ਤੋਂ ਪਹਿਲਾਂ ਸਵੇਰ ਵਕਤ ਰਿਹਾ ਹੋਣ ਦੇ ਸੰਬੰਧ ਵਿੱਚ ਇੱਕ ਅਰਦਾਸ ਕੀਤੀ ਗਈ, ਅਰਦਾਸ ਦੀ ਵੀਡੀਓ ਬਣਾਈ ਗਈ ਤੇ ਫਿਰ ਉਹ ਵਾਇਰਲ ਕੀਤੀ ਗਈ। ਇਸ ਲਈ ਉਹਨਾਂ ਦੱਸਿਆ ਕਿ ਗੁਰਮੇਲ ਸਿੰਘ ਖਾਲਸਾ ਮੁਫਤ 'ਚ ਨਹੀਂ ਮੰਨਿਆ, ਉਹਨੂੰ ਮੋਟੀ ਰਕਮ ਦੇ ਕੇ ਤਿਆਰ ਕੀਤਾ ਗਿਆ। ਇਹ ਵੀ ਦੱਸਿਆ ਗਿਆ ਕਿ ਅਰਦਾਸ ਕਰਨ ਤੋਂ ਇੱਕ ਦਿਨ ਪਹਿਲਾਂ ਗੁਰਮੇਲ ਸਿੰਘ ਖਾਲਸਾ ਨਵਾਂ ਟਰੈਕਟਰ ਲੈ ਕੇ ਆਇਆ ਤੇ ਇਹ ਵੀ ਦੱਸਿਆ ਗਿਆ ਕਿ ਜਿਸ ਦਿਨ ਅਰਦਾਸ ਹੋਈ ਉਸੇ ਹੀ ਦਿਨ ਇੱਕ ਪਜੈਰੋ ਗੱਡੀ ਦੇ ਵਿੱਚ ਗੁਰਮੇਲ ਸਿੰਘ ਦੇ ਕੋਲ ਇੱਕ ਸਫੈਦ ਪੋਸ਼ ਵਿਅਕਤੀ ਬਾਡੀਗਾਰਡਾਂ ਦੇ ਸਮੇਤ ਉਹਦੇ ਕੋਲ ਪਹੁੰਚਦਾ। ਉਹ ਕਹਿੰਦੇ ਕੀ ਆਹ ਸਬੂਤ ਕਾਫੀ ਨਹੀਂ ਕਿ ਉਹ ਨਵਾਂ ਟਰੈਕਟਰ ਲਿਆਇਆ, ਉਹਦੇ ਘਰ ਇੱਕ ਪਜੈਰੋ ਗੱਡੀ ਜਿਹਦੇ ਨਾਲ ਗਨਮੈਨ ਸਨ, ਸਫੈਦ ਪੋਸ਼ ਵਿਅਕਤੀ ਸੀ, ਉਹ ਵੀ ਆਇਆ ਤੇ ਨਾਲ ਇਹ ਵੀ ਕਿ ਸਵੇਰ ਵਕਤ ਰਿਹਾਈ ਦੀ ਅਰਦਾਸ ਤੇ ਸ਼ਾਮ ਨੂੰ ਰਿਹਾਈ। ਉਹਨਾਂ ਇਹ ਵੀ ਦੱਸਿਆ ਕਿ ਪੰਜਾਬ ਦੇ ਭਾਈਚਾਰੇ ਨੂੰ ਅੱਗ ਲਾਉਣ ਦੇ ਵਾਸਤੇ, ਫਿਰਕੂ ਦੰਗੇ ਭੜਕਾਉਣ ਦੇ ਵਾਸਤੇ ਇਕੱਲਾ ਗੁਰਮੇਲ ਸਿੰਘ ਨਹੀਂ, ਇਹਦੇ ਪਿੱਛੇ ਇੱਕ ਗਿਣੀ ਮਿਥੀ ਯੋਜਨਾ ਤੇ ਇੱਕ ਸਾਜ਼ਿਸ਼ ਤਿਆਰ ਕੀਤੀ ਗਈ ਤੇ ਉਸੇ ਯੋਜਨਾ ਦੇ ਤਹਿਤ ਗੁਰਮੇਲ ਸਿੰਘ ਤੋਂ ਇਹ ਕੰਮ ਕਰਵਾਇਆ ਗਿਆ। ਉਹਨਾਂ ਆਖਿਆ ਕਿ ਗੁਰੂ ਘਰਾਂ ਦੇ ਵਿੱਚ ਵੇਖਿਆ ਜਾਂਦਾ ਹੈ ਕਿ ਕਦੇ ਕਿਸੇ ਪਿੰਡ ਕਦੇ ਕਿਸੇ ਸ਼ਹਿਰ ਗੁਰੂ ਗ੍ਰੰਥ ਸਾਹਿਬ ਅਗਨ ਭੇਂਟ ਹੋ ਰਹੇ ਨੇ। ਉਹ ਕਹਿੰਦੇ ਕੋਈ ਇਤਫਾਕ ਨਹੀਂ। ਉਹਨਾਂ ਨੇ ਇਹਦਾ ਦੋਸ਼ ਵੀ ਭਾਜਪਾ ਦੇ ਸਿਰ ਮੜਿਆ। ਉਹ ਕਹਿੰਦੇ ਭਾਜਪਾ ਦੀ ਯੋਜਨਾ ਦਾ ਹਿੱਸਾ ਤੇ ਬਾਅਦ ਵਿੱਚ ਕਹਿੰਦੇ ਸ਼ਾਰਟ ਸਰਕਟ ਹੋ ਗਿਆ, ਅੱਗ ਲੱਗਣਾ ਕਹਿ ਦਿੱਤਾ ਜਾਂਦਾ ਹੈ। ਉਹਨਾਂ ਇਹ ਵੀ ਆਖਿਆ ਕਿ ਕੈਪਟਨ ਸਰਕਾਰ ਕੇਂਦਰ ਸਰਕਾਰ ਤੋਂ ਇੰਨਾ ਕੁ ਡਰੀ ਹੋਈ ਹੈ, ਜਿਵੇਂ ਉਹਨੂੰ ਕੇਂਦਰ ਆਖੀ ਜਾਂਦਾ ਉਵੇਂ ਉਹ ਕਰੀ ਜਾਂਦੇ ਆ। ਉਹਨਾਂ ਕੈਪਟਨ ਸਰਕਾਰ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਭਾਜਪਾ ਦੀਆਂ ਜਿਹੜੀਆਂ ਯੋਜਨਾਵਾਂ ਨੇ ਨਾ, ਉਹਨਾਂ ਨੂੰ ਇੰਨ-ਬਿੰਨ ਲਾਗੂ ਨਾ ਕਰੋ, ਉਹਨਾਂ ਨੂੰ ਡੱਕਣ ਵਾਸਤੇ, ਰੋਕਣ ਵਾਸਤੇ ਯੋਗ ਕਦਮ ਚੁੱਕੋ। ਤੇ ਅਗਲੀ ਜਿਹੜੀ ਗੱਲ ਆਖੀ ਹੈ ਉਹ ਕਹਿੰਦੇ ਨਹੀਂ ਤਾਂ ਫਿਰ ਸਿੱਖ ਆਪਣੇ ਰੀਤੀ ਰਿਵਾਜਾਂ ਦੇ ਅਨੁਸਾਰ ਦੋਸ਼ੀਆਂ ਨੂੰ ਸੋਧੇ ਲਾਉਣ ਵਾਸਤੇ ਮਜਬੂਰ ਹੋਣਗੇ, ਜਿਨ੍ਹਾਂ ਦੀਆਂ ਸਿੱਖ ਜਥੇਬੰਦੀਆਂ ਦੇ ਵੱਲੋਂ ਹਮਾਇਤ ਵੀ ਕੀਤੀ ਜਾਵੇਗੀ। ਤੇ ਦੂਸਰੇ ਪਾਸੇ ਤੁਸੀਂ ਇਹ ਦੇਖੋ ਕਿ ਭਾਜਪਾ ਗੁਰਮੇਲ ਸਿੰਘ ਦੇ ਹੱਕ ਦੇ ਵਿੱਚ ਸ਼ਰੇਆਮ ਨਿੱਤਰ ਆਈ ਹੈ। ਪੰਜਾਬ ਭਾਜਪਾ ਦੇ ਜਨਰਲ ਸਕੱਤਰ ਨੇ ਸੁਖਪਾਲ ਸਰਾਂ, ਜ਼ਿਲ੍ਹਾ ਪ੍ਰਧਾਨ ਵਿਨੋਦ ਬਿੱਟਾ ਅਤੇ ਐਸਸੀ ਮੋਰਚਾ ਦੇ ਪ੍ਰਧਾਨ ਰਾਜਕੁਮਾਰ ਅਟਵਾਲ, ਉਹਨਾਂ ਨੇ ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਬਠਿੰਡਾ ਨੂੰ ਮਿਲ ਕੇ ਮੰਗ ਕੀਤੀ ਹੈ ਕਿ ਗੁਰਮੇਲ ਸਿੰਘ ਖਾਲਸਾ ਦੇ ਵਿਰੁੱਧ ਜਿਹੜਾ ਮੁਕੱਦਮਾ ਦਰਜ ਕੀਤਾ ਹੈ ਉਹ ਕਿਉਂ ਕੀਤਾ ਗਿਆ। ਉਹ ਕਹਿੰਦੇ ਇਹ ਦੱਸੋ ਕਿ ਕਿਸੇ ਵੀ ਧਾਰਮਿਕ ਸਥਾਨ ਤੇ ਅਰਦਾਸ ਬੇਨਤੀ ਕੀਤੀ ਨਹੀਂ ਜਾ ਸਕਦੀ, ਇਹ ਭਾਰਤੀਆਂ ਦਾ ਹੱਕ ਹੈ। ਉਹ ਕਹਿੰਦੇ ਉਹਨੇ ਪ੍ਰਧਾਨ ਮੰਤਰੀ ਮੋਦੀ ਦੀ ਸਿਹਤਯਾਬੀ ਲਈ ਪ੍ਰਾਰਥਨਾ ਕੀਤੀ ਹੈ। ਪੰਜਾਬ ਦੇ ਵਿੱਚ ਦਲਿਤ ਮੁੱਖ ਮੰਤਰੀ ਦਾ ਐਲਾਨ ਜਿਹੜਾ ਉਹਨਾਂ ਨੇ ਕੀਤਾ ਕਿ ਬਣਾਵਾਂਗੇ, ਉਹਦਾ ਸਵਾਗਤ ਕੀਤਾ। ਇਹਦੇ 'ਚ ਕਹਿੰਦੇ ਗਲਤ ਦੱਸੋ ਕੀ ਹੈ, ਉਹਦੀ ਰਿਹਾਈ ਕੀਤੀ ਜਾਵੇ ਤੇ ਪਰਚਾ ਦਰਜ ਜਿਹੜਾ ਕੀਤਾ ਉਹ ਰੱਦ ਕੀਤਾ ਜਾਵੇ। ਤੇ ਜਦੋਂ ਦੂਸਰੇ ਪਾਸੇ ਥਾਣਾ ਸਦਰ ਬਠਿੰਡਾ ਪੁਲਿਸ ਗੁਰਮੇਲ ਸਿੰਘ ਖਾਲਸਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਲਈ 24 ਮਈ ਤੱਕ ਦਾ ਰਿਮਾਂਡ ਤਾਂ ਹਾਸਲ ਕਰ ਗਈ। ਜਦੋਂ ਪਰ ਉਹਨੂੰ ਅਦਾਲਤ ਦੇ ਵਿੱਚੋਂ ਬਾਹਰ ਲਿਆਂਦਾ ਜਾ ਰਿਹਾ ਸੀ ਤਾਂ ਗੁਰਮੇਲ ਸਿੰਘ ਉੱਥੇ ਵੇਖਣ ਵਾਲਾ ਸੀ। ਉੱਥੇ ਵੀ ਉਹ ਡੇਰਾ ਮੁਖੀ ਦਾ ਗੁਣਗਾਨ ਕਰ ਰਿਹਾ ਸੀ। ਉਹ ਕਹਿੰਦਾ ਕਿ ਭਾਵੇਂ ਮੈਨੂੰ ਗੋਲੀ ਮਾਰ ਦਿਓ, ਪਰ ਜਿਹੜੀ ਗੱਲ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਆਖੀ ਹੈ ਉਹਦੇ ਤੇ ਮੈਂ ਅੱਜ ਵੀ ਖੜਾ। ਤੇ ਨਾਲ ਉਹ ਕਹਿੰਦੇ ਜਿਹੜੇ ਦਿਨ ਡੇਰਾ ਮੁਖੀ ਰਿਹਾ ਹੋ ਕੇ ਬਾਹਰ ਆਏਗਾ, ਬੜੇ ਸਤਿਕਾਰ ਦੇ ਨਾਲ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਲੈ ਕੇ ਆਵਾਂਗਾ। ਰੋਕੋ ਮੈਨੂੰ, ਕੌਣ ਰੋਕਦਾ। ਤੁਸੀਂ ਦੇਖੋ ਕਿ ਕਿਵੇਂ ਇੱਕ ਦੂਸਰੇ ਦੇ ਹੱਕ ਜਾਂ ਵਿਰੋਧ ਵਿੱਚ ਗੱਲਾਂ ਹੋ ਰਹੀਆਂ ਨੇ। ਤੇ ਇਸੇ ਮਸਲੇ ਦੇ ਉੱਤੇ ਵਿਜੇ ਸੰਪਲਾ ਵੀ ਆ ਗਏ ਹੈ। ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਉਹ ਮੁਖੀ ਨੇ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਵੀ ਨੇ ਵਿਜੇ ਸੰਪਲਾ। ਉਹਨਾਂ ਨੇ ਆ ਬਠਿੰਡਾ ਦੇ ਜਿਹੜੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਪਿੰਡ ਦੇ ਵਿੱਚ ਅਰਦਾਸ ਹੋਈ ਹੈ, ਡੇਰਾ ਮੁਖੀ ਦੀ ਰਿਹਾਈ ਦੇ ਵਾਸਤੇ ਅਰਦਾਸ ਕਰਨ ਤੇ
एक अनुसूचित जाति के व्यक्ति गुरमेल सिंह के खिलाफ जी शिकायत दर्ज की है, परचा दर्ज किया, उहदे ते सख्त इतराज़ प्रगटाया है। कमिशन ने पुलिस के कोलों जांच रिपोर्ट मंग ली है। असल में दिल्ली तो वापस परते सी ते एक सर्किट हाउस के विच मीडिया नाल गलबात कर रहे सी। वो कहते जे डेरा सिरसा मुखी का नाम किसी ने अरदास विच लै दिता तो यह केस क्यों दर्ज हो गया, सानू दसो। वो कहते कोई ये गलत किया है। वो कहते हर एक व्यक्ति को भारत के संविधान के अनुसार बोलने का हक है। उन्होंने कहा कि पाठी गुरमेल सिंह ने की इतराज जो कहा दसो, क्यों उन्होंने धारा ला दी 295, ये भी दसो। ते नाल उन्होंने सवाल खड़ा किया, कहते ये उस वक्त धारा क्यों नहीं लाई गई जदों श्री अकाल तख्त साहब तो इसे डेरा मुखी को मुआफ़ी दे दी गई सी। सवाल उन्होंने ये जायज़ है कि उस वक्त धारा क्यों नहीं लाई गई। पर हुण तुसी देखो कि विजय सांपला भारतीय जनता पार्टी दे, पहले जिहड़े मैं मैंबरां दा जिक्र किया भारतीय जनता पार्टी दे, बाकी किसी भी पार्टी का कोई भी नुमाइंदा, कोई वड्डा जां छोटा लीडर इस हक जां विरोध विच नहीं आया। कई तो चुप वट गए, पर श्री अकाल तख्त साहब के जथेदार ने खुल मखुली इस गल की विरोधता की है। कल्ले उन्होंने नहीं की, जिहड़े पत्रकार छत्रपति सी जिन्हां दा कतल दे दोष इस डेरा मुखी ते लगे सी ते सज़ा हुई है, उन्हां दा पुत्रा अंशल छत्रपति। देखिए, ये ना तो बेल इसे नहीं कह सकते। ये एक जेल अथॉरिटीज़ जो हैं वो किसी भी कैदी को, प्रिजनर को, उसके फैमिली के अंदर किसी ऐसी घटना, कोई ऐसी एमरजेंसी आ जाती है तो उस मामले में कुछ ऐसे जो खूंखार कैदी होते हैं उनके लिए कस्टोडियल पैरोल, कस्टडी के अंदर ही उसको लेके जाया जाएगा। इस तरह का कुछ प्रावधान होता है। जो पिछली बार 24 अक्टूबर को 24 घंटे की पैरोल दी गई थी गुरुग्राम जाने के लिए, वो भी कस्टडी के अंदर लेके जाने का ही था। इस बार सुनने में आया कि 48 घंटे की परमिशन दी गई है, कस्टडी के अंदर लेके जाया जाएगा और कस्टडी के अंदर ही वापस उसको वहाँ उसको रखा जाएगा 48 घंटे के लिए। लेकिन इसके अंदर जो सबसे बड़ी बात है, जो सरकार के साथ जो मिली भगत का एक जो चल रहा है, खेल चल रहा है, ये सबसे बड़ी बात है। किस तरीके से पहले एक बीमारी का नाटक करके पीजीआई में आता है राम रहीम, जब वो ज़्यादा मामला सिरे चढ़ता दिखाई नहीं देता है, डॉक्टर्स उसके रिपोर्ट उसकी फेवर में नहीं करते हैं, तो उसके बाद साथ के साथ ये छुट्टी के लिए, पैरोल के लिए एक एप्लीकेशन लगाई जाती है। तो इस मामले में देखने वाली बात ये है कि माँ की बीमारी का बहाना बनाया गया। माँ जो कुछ दिन पहले सिरसा में थी, उसे स्पेशली गुरुग्राम ले जाया गया, मेदांता हॉस्पिटल में बताया जा रहा है कि उनका इलाज चल रहा है। तो अभी ये सब जो ड्रामेबाजी है कि यहाँ से उसको गुरुग्राम ले जाके और 48 घंटे के लिए जो गुरुग्राम के लिए छुट्टी दी गई है, ये कहीं ना कहीं एक अंदर खाते जो सरकार के साथ मिली भगत है, उसी का खेल, उसी खेल का नतीजा है ये। तो मैं ये कहना चाहूँगा कि सरकार को इस तरीके से जो एक वीआईपी ट्रीटमेंट देकर एक कैदी को, एक ऐसे व्यक्ति को जिसने पूरे हरियाणा को जलाकर खाक करने की कोशिश की, जिसके चेलों ने अपने तेवर दिखाए 25 अगस्त 2017 को, सभी ने देखा कि कैसा मंजर था। तो आज सरकार उसके प्रति अगर ऐसी नरमी दिखा रही है तो ये बातें समझ से परे हैं। ये इस तरह की राजनीति क्यों की जा रही है सत्ताधारी दल द्वारा, ये सब पहले भी हालांकि ये चलता रहा है, लेकिन अब इसमें ये एक शीशा जो हुआ सारी दुनिया के सामने, सारे देश के सामने, एक जो समाज सेवा का आडंबर रचा जा रहा था डेरा सच्चा सौदा और गुरमीत राम रहीम द्वारा, वो सभी के सामने शीशा हो गया 25 अगस्त 2017 को कि उनके अंदर असल में क्या है, कैसा शैतान छिपा हुआ है। उसके बावजूद ऐसी घटनाएं जो हैं, सरकार द्वारा इस तरीके की नरमी बरता जाना, ये बहुत बेवकूफ़ी भरा कदम है और हम इसकी सख्ती से इसकी निंदा करते हैं और सरकार के ऐसे कदमों की सख्त निंदा करते हैं। बिल्कुल, ये जो 24 अक्टूबर को एक 24 घंटे का कस्टोडियल पैरोल दिया गया, उसके बाद 48 घंटे की कस्टडी पैरोल, और ये मुझे लगता है कि ये आने वाले समय के लिए एक ग्राउंड तैयार किया जा रहा है। डेरा सच्चा सौदा प्रमुख गुरमीत राम रहीम को धीरे धीरे सिरसा लाने का एक ट्रैक तैयार किया जा रहा है, ताकि आने वाले समय में ये कह के पैरोल मांगी जा सके कि हमारा जो पिछला ट्रैक रिकॉर्ड है,
जो 24 अक्टूबर का और जो आज का जो 48 घंटे का पैरोल है, उसके आधार पे ये एक ट्रैक रिकॉर्ड दिखाकर आने वाले समय के लिए पैरोल मांगी जाएगी। इसको लेकर क्या आप कोर्ट में याचिका डालेंगे, हाई कोर्ट में इसका विरोध करेंगे? बिल्कुल, हम लगातार इसका पुरजोर विरोध करते भी रहे हैं, आने वाले समय में भी करेंगे, क्योंकि अभी तो आप देख रहे हैं कि कोरोना काल के चलते जो अदालती कामकाज जो है वो काफ़ी प्रभावित हुआ है। अदालतों के अंदर कामकाज जो है, रूटीन वर्क जो है वो नहीं चल रहा है। तो ये एक डेरा सच्चा सौदा प्रमुख को भी ये एक माकूल वक्त लगा, ऐसे समय को चुना गया जब अदालतों के अंदर ज़्यादा इस तरह का वर्क जो है वो नहीं हो पा रहा, जिस वजह से इन्होंने ऐसे वक्त को चुना ताकि हम उनका विरोधी कोई जो है वो अदालत की शरण में ना जा सके। ਉਹਨਾਂ ਨੇ ਵੀ ਆਖਿਆ, ਉਹ ਕਹਿੰਦੇ ਸਾਧਵੀਆਂ ਨਾਲ ਜ਼ਬਰ ਜਨਾਹ ਤੇ ਉਹਨਾਂ ਦੇ ਪਿਤਾ ਦੇ ਕਤਲ ਦੇ ਮਾਮਲੇ ਦੇ ਵਿੱਚ ਡੇਰਾ ਮੁਖੀ ਜੇਲ੍ਹ ਕੱਟ ਰਿਹਾ ਹੈ। ਉਹ ਕਹਿੰਦੇ ਜੇ ਉਹਨੂੰ ਜਿਹੜੀ ਆ ਪਰੋਲ ਦਿੱਤੀ ਹੈ, ਮੈਂ ਇਹਦਾ ਤਾਂ ਸਖਤ ਵਿਰੋਧ ਕਰਦਾ, ਇਤਰਾਜ਼ ਆ ਮੈਨੂੰ। ਉਹਨਾਂ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਡੇਰਾ ਮੁਖੀ ਨੂੰ ਦਰਅਸਲ ਦੁਬਾਰਾ ਸਿਰਸੇ ਦੇ ਵਿੱਚ ਲਿਆਉਣ ਵਾਸਤੇ ਰਾਹ ਪੱਧਰਾ ਕੀਤਾ ਜਾਂਦਾ ਹੈ। ਉਹ ਕਹਿੰਦੇ ਪਹਿਲਾਂ 24 ਅਕਤੂਬਰ ਨੂੰ ਪਰੋਲ ਦਿੱਤੀ ਗਈ, ਆ ਹੁਣ 48 ਘੰਟਿਆਂ ਦੀ ਮੁੜ ਪਰੋਲ ਦੇ ਦਿੱਤੀ। ਇੱਕ ਪਾਸੇ ਕਹਿੰਦੇ ਕਰੋਨਾ ਚੱਲ ਰਿਹਾ, ਤਾਲਾਬੰਦੀ ਹੈ, ਅਦਾਲਤਾਂ ਬੰਦ ਨੇ, ਕਹਿੰਦੇ ਸ਼ਾਇਦ ਜੇਲ੍ਹ ਪ੍ਰਸ਼ਾਸਨ ਤੇ ਸਰਕਾਰਾਂ ਇਸ ਚੀਜ਼ ਦਾ ਫਾਇਦਾ ਉਠਾ ਰਹੀਆਂ ਨੇ। ਇਹ ਪੈਰੋਲ ਨਹੀਂ, ਇਹ ਮਿਲੀ ਭੁਗਤ ਹੈ। ਇਹ ਕਹਿੰਦੇ ਖੇਡ ਖੇਡੀ ਜਾ ਰਹੀ ਹੈ ਇੱਕ ਰਲ ਮਿਲ ਕੇ। ਉਹਨਾਂ ਕਿਹਾ ਕਿ ਪਹਿਲਾ ਬਿਮਾਰੀ ਦਾ ਕਥਿਤ ਡਰਾਮਾ ਕੀਤਾ, ਉਸ ਨੂੰ ਪੀਜੀਆਈ ਰੋਹਤਕ ਲਿਆਂਦਾ ਗਿਆ। ਜਦੋਂ ਡਾਕਟਰਾਂ ਦੀ ਰਿਪੋਰਟ ਡੇਰਾ ਮੁਖੀ ਦੇ ਹੱਕ ਵਿੱਚ ਨਾ ਆਈ ਤਾਂ ਮਾਂ ਦੀ ਬਿਮਾਰੀ ਦਾ ਬਹਾਨਾ ਬਣਾ ਲਿਆ ਤੇ ਫਿਰ ਅਰਜ਼ੀ ਲਾ ਦਿੱਤੀ ਗਈ। ਛਤਰਪਤੀ ਦਾ ਕਹਿਣਾ ਸੀ ਕਿ ਡੇਰਾ ਮੁਖੀ ਦੀ ਮਾਂ ਪਹਿਲਾਂ ਸਿਰਸਾ ਵਿੱਚ ਸੀ, ਬਾਅਦ ਦੇ ਵਿੱਚ ਇੱਕ ਗਿਣੀ ਮਿੱਥੀ ਚਾਲ ਖੇਡੀ ਗਈ ਕਿ ਇਹਨੂੰ ਪੈਰੋਲ ਕਿਵੇਂ ਦਿੱਤੀ ਜਾਵੇ ਤੇ ਉਹਨੂੰ ਗੁਰੂਗ੍ਰਾਮ ਮੈਦਾਂਤਾ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਸ ਤੋਂ ਬਾਅਦ ਡੇਰਾ ਮੁਖੀ ਨੂੰ 48 ਘੰਟਿਆਂ ਦੀ ਪੈਰੋਲ ਦਿੱਤੀ ਗਈ, ਜਿਸ ਵਿੱਚ ਸਰਕਾਰ ਦੀ ਮਿਲੀ ਭੁਗਤ ਕਹਿੰਦੇ ਜੱਗ ਜ਼ਾਹਰ ਹੈ। ਉਹਨਾਂ ਕਿਹਾ ਕਿ ਸਰਕਾਰ ਜ਼ਬਰ ਜਨਾਹ ਤੇ ਕਤਲ ਦੀ ਸਜ਼ਾ ਭੁਗਤ ਰਹੇ ਇੱਕ ਕੈਦੀ ਨੂੰ VIP ਟ੍ਰੀਟਮੈਂਟ ਦੇ ਰਹੀ ਹੈ। ਉਹਨਾਂ ਯਾਦ ਦਿਵਾਇਆ ਕਿ ਇਸ ਵਿਅਕਤੀ ਦੀ ਬਦੌਲਤ 25 ਅਗਸਤ 2017 ਨੂੰ ਪੰਜਾਬ 'ਚ ਹਰਿਆਣਾ 'ਚ ਵੱਡੇ ਪੱਧਰ ਤੇ ਸਾੜ ਫੂਕ ਹੋਈ ਸੀ, ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਗਈ ਸੀ ਤੇ ਉਸ ਬੰਦੇ ਨੂੰ VIP ਟ੍ਰੀਟਮੈਂਟ। ਪਰ ਦੂਸਰੇ ਪਾਸੇ ਦਾ ਇਤਰਾਜ਼ ਹਲੇ ਚੱਲ ਹੀ ਰਿਹਾ ਸੀ। 48 ਘੰਟਿਆਂ ਦੀ ਪੈਰੋਲ ਦਿੱਤੀ ਸੀ, ਪਰ ਨਾਲ ਦੀ ਨਾਲ ਖਬਰ ਆ ਗਈ, ਮੈਨੂੰ ਲੱਗਦਾ ਕਿ ਸਰਕਾਰ ਤਾਪਮਾਨ ਚੈੱਕ ਕਰ ਰਹੀ ਹੈ ਲੋਕਾਂ ਦਾ, ਕਿਉਂਕਿ ਸੱਚਮੁੱਚ ਵਿਰੋਧ ਹੁੰਦਾ, ਨਹੀਂ ਤਾਂ ਫਿਰ ਚੁੱਪ ਚਪੀਤੇ ਰਿਹਾਈ ਦੇ ਦਿਆਂਗੇ, ਪੈਰੋਲ ਲੰਬੀ ਵੀ ਦੇ ਦਿਆਂਗੇ। ਖਬਰ ਮਿਲ ਰਹੀ ਹੈ ਕਿ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਤਾਂ ਦਿੱਤੀ ਗਈ ਅਤੇ 12 ਘੰਟੇ ਜੇਲ੍ਹ ਤੋਂ ਬਾਹਰ ਉਹਨੂੰ ਰੱਖ ਵੀ ਲਿਆ ਗਿਆ, ਪਰ ਫਿਰ ਉਹਨੂੰ ਦੁਬਾਰਾ ਸੁਨਾਰੀਆ ਜੇਲ੍ਹ ਰੋਹਤਕ ਭੇਜ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਮੁਖੀ ਹੁਣ ਪੈਰੋਲ ਤੇ ਰਿਹਾ ਸੀ, ਪਰ ਦੁਬਾਰਾ ਫਿਰ ਉਹ ਜੇਲ੍ਹ ਦੇ ਵਿੱਚ ਹੈ। ਇਹ ਦੱਸਿਆ ਜਾ ਰਿਹਾ ਕਿ ਜਿੰਨੇ ਘੰਟੇ ਉਹ ਜੇਲ੍ਹ ਤੋਂ ਬਾਹਰ ਰਿਹਾ, ਭਾਰੀ ਪੁਲਿਸ ਫੋਰਸ ਮੌਜੂਦ ਉਹਦੇ ਸੱਜੇ ਖੱਬੇ ਰਹੀ। ਰਾਮ ਰਹੀਮ ਨੂੰ ਪੈਰੋਲ ਦੇ ਸਮੇਂ ਗੁਰੂਗ੍ਰਾਮ ਦੇ ਵਿੱਚ ਰੱਖਿਆ ਗਿਆ। ਇਸ ਦੌਰਾਨ ਦੱਸਿਆ ਗਿਆ ਕਿ ਉਹ ਪੁਲਿਸ ਦੀ ਨਿਗਰਾਨੀ ਵਿੱਚ ਵੀ ਰਿਹਾ। ਸੂਤਰ ਇਹ ਵੀ ਦੱਸਦੇ ਨੇ ਕਿ ਪੈਰੋਲ ਮਿਲਣ ਤੋਂ ਬਾਅਦ ਗੁਰੂਗ੍ਰਾਮ ਦੇ ਵਿੱਚ ਉਹ ਆਪਣੀ ਬਿਮਾਰ ਮਾਂ ਨੂੰ ਮਿਲਿਆ ਅਤੇ ਰਾਮ ਰਹੀਮ ਦੀ ਮਾਂ ਮੈਦਾਂਤਾ ਹਸਪਤਾਲ ਦੇ ਵਿੱਚ ਹੈ, ਜਿੱਥੇ ਦੱਸਿਆ ਜਾ ਰਿਹਾ ਕਿ ਉਹਦਾ ਇਲਾਜ ਚੱਲ ਰਿਹਾ ਹੈ। ਇਹ ਵੀ ਪਤਾ ਲੱਗਿਆ ਕਿ ਇਹਨਾਂ ਘੰਟਿਆਂ ਦੇ ਵਿੱਚ ਰਾਮ ਰਹੀਮ ਆਪਣੀ ਮਾਂ ਦੇ ਨਾਲ ਹੀ ਰਿਹਾ। ਦੱਸਣਾ ਬਣਦਾ ਕਿ ਉਸਨੇ ਇਹ ਜਿਹੜੀ ਐਮਰਜੈਂਸੀ ਪੈਰੋਲ ਦੀ ਮੰਗ ਕੀਤੀ ਸੀ, ਉਸ ਦੇ ਵਿੱਚ ਜ਼ਿਕਰ ਉਸਨੇ ਆਪਣੀ ਬਿਮਾਰ ਮਾਂ ਦਾ ਕੀਤਾ ਸੀ। ਉਹ ਮਾਂ ਦੀ ਬਿਮਾਰੀ ਦਾ ਹਵਾਲਾ ਦਿੱਤਾ ਸੀ ਅਤੇ ਉਹਨੇ 21 ਦਿਨਾਂ ਦੀ ਐਮਰਜੈਂਸੀ ਪੈਰੋਲ ਦੀ ਮੰਗ ਕੀਤੀ ਗਈ ਸੀ, ਪਰ ਉਹਨੂੰ 48 ਘੰਟਿਆਂ ਦੀ ਪੈਰੋਲ ਦਿੱਤੀ ਗਈ ਸੀ। ਉਹਨੇ ਆਪਣੀ ਮਾਂ ਦੀ ਬਿਮਾਰੀ ਦੇ ਕੁਝ ਦਸਤਾਵੇਜ਼ ਪੈਰੋਲ ਦੀ ਅਰਜ਼ੀ ਦੇ ਨਾਲ ਜਮ੍ਹਾਂ ਕਰਵਾਏ ਸੀ। ਸ਼ਾਇਦ ਤੁਹਾਨੂੰ ਯਾਦ ਹੋਵੇ, ਇਸ ਤੋਂ ਪਹਿਲਾਂ ਬੀਤੇ ਸਾਲ ਵੀ ਰਾਮ ਰਹੀਮ ਨੂੰ 1 ਦਿਨ ਦੀ ਪੈਰੋਲ ਦਿੱਤੀ ਗਈ ਸੀ। ਉਸ ਨੂੰ ਉਸ ਵਕਤ ਵੀ ਸਖਤ ਸੁਰੱਖਿਆ ਦੇ ਪਹਿਰੇ ਦੇ ਹੇਠ ਗੁਪਤ ਢੰਗ ਦੇ ਨਾਲ ਹਸਪਤਾਲ ਲਿਜਾਇਆ ਗਿਆ ਸੀ। ਤੇ ਇਹ ਵੀ ਪਤਾ ਲੱਗਿਆ ਕਿ ਰਾਮ ਰਹੀਮ ਨੇ ਬੀਤੇ ਦਿਨੀ ਵੀ ਇੱਕ ਪਰਿਵਾਰਕ ਵਿਆਹ ਸਮਾਗਮ ਸੀ, ਉਹਦੇ ਵਿੱਚ ਜਾਣ ਵਾਸਤੇ ਵੀ ਪੈਰੋਲ ਦੀ ਮੰਗ ਕੀਤੀ ਸੀ, ਪਰ ਰਾਹਤ ਨਹੀਂ ਸੀ ਮਿਲੀ। ਫਿਰ ਸ਼ਾਇਦ ਤੁਹਾਨੂੰ ਇਹ ਵੀ ਯਾਦ ਹੋਵੇ ਕਿ 6 ਦਿਨ ਪਹਿਲਾਂ, ਹਫ਼ਤਾ ਕੁ ਪਹਿਲਾਂ ਜੇਲ੍ਹ ਦੇ ਹਸਪਤਾਲ ਵਿੱਚ ਕਿਹਾ ਮੈਂ ਬਿਮਾਰ ਹਾਂ। ਜਦੋਂ ਉੱਥੇ ਗੱਲਾਂ ਬਣੀ, ਰੋਹਤਕ PGI ਦੇ ਵਿੱਚ ਲੈ ਗਏ ਸੀ, ਲਗਭਗ 21-22 ਘੰਟੇ ਉੱਥੇ ਵੀ ਰਿਹਾ ਸੀ। ਹੁਣ ਸਮੇਂ-ਸਮੇਂ ਤੋਂ ਲੋਕਾਂ ਦਾ ਤਾਪਮਾਨ ਚੈੱਕ ਕਰਨ ਦੀਆਂ ਖਬਰਾਂ ਨੇ ਤੇ ਨਾਲ ਇਹ ਲੋਕਾਂ ਨੂੰ ਇੱਕ ਪ੍ਰਭਾਵ ਦੇਣ ਦੀਆਂ ਖਬਰਾਂ ਵੀ ਨੇ ਕਿ ਜਿੰਨੀ ਵਾਰ ਜ਼ਮਾਨਤ ਦਿੱਤੀ ਹੈ, ਜ਼ਮਾਨਤ ਦੀਆਂ ਸ਼ਰਤਾਂ ਇਸ ਨੇ ਭੰਗ ਨਹੀਂ ਕੀਤੀਆਂ। ਸੋ ਹੁਣ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ
ਲੰਬੀ ਜ਼ਮਾਨਤ ਮਿਲਦੀ ਹੈ ਜਾਂ ਨਹੀਂ। ਪਰ ਮੈਂ ਜਿੱਥੇ ਆਖ ਰਿਹਾ ਸੀ ਕਿ ਜਿੱਥੇ ਇਹਦਾ ਕੁਝ ਇੱਕ ਲੋਕ ਸਵਾਗਤ ਕਰ ਰਹੇ ਹੈ ਤੇ ਨਾਲ ਨਾਲ ਵਿਰੋਧ ਵੀ ਹੋ ਰਿਹਾ ਹੈ। ਹੁਣ ਇਸ ਪੈਰੋਲ ਦੇ ਉੱਤੇ ਸਿੱਖ ਕੌਮ ਦੇ ਵਿੱਚ ਤਿੱਖਾ ਪ੍ਰਤੀਕਰਮ ਹੋਇਆ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਸਖਤ ਸ਼ਬਦ ਵਰਤੇ ਹੈ। ਉਹਨਾਂ ਨੇ ਕਹਿੰਦੇ ਆ ਰੱਦ ਹੋਣੀ ਚਾਹੀਦੀ ਸੀ, ਪਰ ਮੈਂ ਦੱਸ ਰਿਹਾ ਕਿ ਦੁਬਾਰਾ ਉਹਨਾਂ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਉਹਨਾਂ ਇਸ ਪੈਰੋਲ ਨੂੰ ਰੱਦ ਕਰਨ ਤੇ ਜ਼ੋਰ ਦਿੰਦਿਆਂ ਆਖਿਆ ਸੀ ਕਿ ਸਿਆਸਤਦਾਨ ਅਤੇ ਸਰਕਾਰ ਸਿੱਖਾਂ ਨਾਲ ਹਮੇਸ਼ਾ ਵਿਤਕਰਾ ਕਰ ਰਹੇ ਨੇ, ਧੱਕਾ ਕਰ ਰਹੇ ਨੇ। ਇਹਦੀ ਮਿਸਾਲ ਕਹਿੰਦੇ ਆ ਸਾਹਮਣੇ ਹੈ ਕਿ ਸੰਗੀਨ ਅਤੇ ਘਿਨਾਉਣੇ ਅਪਰਾਧਾਂ ਦੇ ਮੁਕੱਦਮਿਆਂ ਦਾ ਸਾਹਮਣਾ ਕਰ ਰਿਹਾ ਹੈ। ਜੇਲ੍ਹ ਦੀਆਂ ਸਲਾਖਾਂ ਦੇ ਵਿੱਚ ਬੈਠਾ ਸੌਦਾ ਸਾਧ ਉਹਨਾਂ ਨੇ ਆਖਿਆ ਕਿ ਬੜੀ ਛੇਤੀ ਪੈਰੋਲ ਦੇ ਦਿੱਤੀ ਗਈ। ਪਰ ਜਿਹੜੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਝੁੜ ਰਹੇ ਨੇ, ਜਿਨ੍ਹਾਂ ਦੀਆਂ ਅਦਾਲਤੀ ਸਜ਼ਾਵਾਂ ਖਤਮ ਵੀ ਹੋ ਚੁੱਕੀਆਂ ਨੇ, ਉਹਨਾਂ ਉੱਤੇ ਸਰਕਾਰ ਦੂਰੇ ਮਾਪਦੰਡ ਅਪਣਾਈ ਜਾਂਦੀ ਹੈ। ਉਹਨਾਂ ਆਖਿਆ ਕਿ ਸਿੱਖ ਕੌਮ ਲਈ ਹੋਰ, ਗੈਰ ਸਿੱਖਾਂ ਲਈ ਸਰਕਾਰ ਵੱਲੋਂ ਹੋਰ ਕਾਨੂੰਨ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਆਖਿਆ ਕਿ ਦਿੱਲੀ ਦੇ ਵਿੱਚ ਸਿੱਖ ਵਿਰੋਧੀ ਕਤਲੇਆਮ ਹੋਇਆ, ਨਸਲਕੁਸ਼ੀ ਹੋਈ, ਉਹਨਾਂ ਦੇ ਦੋਸ਼ੀਆਂ ਨੂੰ ਹਾਲੇ ਤੱਕ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ, ਪਰ ਸਿੱਖਾਂ ਨੂੰ ਮਾਮੂਲੀ ਜਿਹੇ ਕੇਸ ਵਿੱਚ ਵੀ ਫਸਾ ਕੇ ਜੇਲ੍ਹਾਂ ਦੇ ਵਿੱਚ ਰੱਖ ਦਿੱਤਾ ਜਾਂਦਾ ਹੈ। ਉਹਨਾਂ ਸਰਕਾਰ ਨੂੰ ਆਖਿਆ ਕਿ ਪੰਜਾਬ ਦਾ ਮਾਹੌਲ ਕਿਸੇ ਵੀ ਕੀਮਤ ਤੇ ਖਰਾਬ ਨਾ ਹੋਣ ਦਿਓ, ਨਹੀਂ ਤੇ ਇਹ ਬੜਾ ਮੰਦਭਾਗਾ ਹੋਵੇਗਾ। ਪਰ ਇੱਕ ਗੱਲ ਹੈ, ਕੁਝ ਇੱਕ ਪਾਰਟੀਆਂ ਚੁੱਪ ਨੇ ਤੇ ਕੁਝ ਇੱਕ ਖੁੱਲ੍ਹ ਕੇ ਗੁਰਮੀਤ ਰਾਮ ਰਹੀਮ ਦੇ ਹੱਕ ਵਿੱਚ ਆ ਗਈਆਂ ਨੇ, ਤੇ ਜਿਹੜੇ ਉਹਨਾਂ ਨੂੰ ਮੰਨਦੇ ਆ, ਜਿਹੜੇ ਉਹਦੇ ਪੈਰੋਕਾਰ ਨੇ, ਉਹਨਾਂ ਵਿੱਚ ਖੁਸ਼ੀ ਦੀ ਲਹਿਰ ਦੌੜੀ ਕਿ ਹਾਂ ਜੀ ਸਾਡੇ ਪਿਤਾ ਜੀ ਜੇਲ੍ਹ ਦੇ ਵਿੱਚੋਂ ਬਾਹਰ ਆ ਗਿਆ, ਪੈਰੋਲ ਤੇ ਆ ਗਿਆ। ਪਰ ਪਤਾ ਲੱਗਿਆ ਕਿ ਉਹਨਾਂ ਨੇ ਭਿਣਕ ਨਹੀਂ ਪੈਣ ਦਿੱਤੀ ਤਾਂ ਕਿ ਕਿਤੇ ਵੱਡੀ ਗਿਣਤੀ ਵਿੱਚ ਜਿਹੜੇ ਉਹਨਾਂ ਦੇ ਪੈਰੋਕਾਰ ਨੇ ਉਹ ਕਿਤੇ ਹਸਪਤਾਲ ਜਾਂ ਜਿਹੜੇ ਫਾਰਮ ਹਾਊਸ ਵਿੱਚ ਉਹਨਾਂ ਨੂੰ ਲਿਜਾਇਆ ਜਾ ਰਿਹਾ ਕਿ ਉੱਥੇ ਇਕੱਠ ਨਾ ਹੋ ਜਾਵੇ। ਪਰ ਉਹਨਾਂ ਨੂੰ ਦੁਬਾਰਾ ਖਬਰਾਂ ਦੇ ਅਨੁਸਾਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ। ਤੇ ਅਗਲੀ ਖਬਰ ਕਿਸਾਨ ਅੰਦੋਲਨ ਦੇ ਨਾਲ ਜੁੜੀ ਖਬਰ ਹੈ। ਤੁਹਾਨੂੰ ਯਾਦ ਹੋਣਾ ਕਿ 26 ਜਨਵਰੀ ਗਣਤੰਤਰ ਦਿਵਸ, ਉਸੇ ਦਿਨ ਟਰੈਕਟਰ ਪਰੇਡ ਕੱਢੀ ਗਈ ਕਿਸਾਨ ਮੋਰਚੇ ਦੇ ਵੱਲੋਂ, ਤੇ ਉਸੇ ਦਿਨ ਦਿੱਲੀ ਦੇ ਲਾਲ ਕਿਲੇ ਤੇ ਹਿੰਸਾ ਹੋਈ, ਗੜਬੜ ਹੋ ਗਈ ਸੀ। ਤੇ ਇਸ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਨੇ ਅਦਾਲਤ ਦੇ ਵਿੱਚ ਇੱਕ ਚਾਰਜ ਸ਼ੀਟ ਦਾਖਲ ਕੀਤੀ ਹੈ। ਇਸ ਦੇ ਵਿੱਚ ਪੰਜਾਬੀ ਅਦਾਕਾਰ ਦੀਪ ਸਿੱਧੂ ਦੇ ਸਮੇਤ 16 ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲੋੜ ਪੈਣ ਤੇ ਦਿੱਲੀ ਪੁਲਿਸ ਪੂਰੀ ਚਾਰਜ ਸ਼ੀਟ ਵੀ ਦਾਖਲ ਕਰ ਸਕਦੀ ਹੈ। ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ 26 ਜਨਵਰੀ ਦੇ ਲਾਲ ਕਿਲੇ ਜਿਹੜੀ ਇਹ ਘਟਨਾ ਵਾਪਰੀ ਸੀ, ਜਾਣਕਾਰੀ ਦੇ ਅਨੁਸਾਰ 3000 ਸਫ਼ਿਆਂ ਦੀ ਚਾਰਜ ਸ਼ੀਟ ਦਾਖਲ ਕੀਤੀ ਹੈ। 30,000 ਅਦਾਲਤ ਦੇ ਵਿੱਚ ਇਹ ਚਾਰਜ ਸ਼ੀਟ ਦਾਖਲ ਕੀਤੀ, ਜਿਸ ਦੇ ਵਿੱਚ ਦੀਪ ਸਿੱਧੂ ਦਾ ਨਾਮ ਉਚੇਚੇ ਤੌਰ ਤੇ ਹੈ ਤੇ ਨਾਲ ਲਗਭਗ 16 ਵਿਅਕਤੀ ਹੋਰ ਨੇ ਜਿਨ੍ਹਾਂ ਨੂੰ ਇਸ ਦੇ ਵਿੱਚ ਮੁਲਜ਼ਮ ਠਹਿਰਾਇਆ ਗਿਆ ਹੈ। ਇਹ ਦੋਸ਼ ਪੱਤਰ IPC ਦੀਆਂ ਵੱਖੋ-ਵੱਖ ਧਾਰਾਵਾਂ ਦੇ ਤਹਿਤ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ 17 ਮਈ ਨੂੰ ਕ੍ਰਾਈਮ ਬ੍ਰਾਂਚ ਦੀ ਸਿੱਟ ਨੇ ਇਹ ਮੁੱਖ ਚਾਰਜ ਸ਼ੀਟ ਦਾਖਲ ਕੀਤੀ। ਪੁਲਿਸ ਨੇ ਲਾਲ ਕਿਲੇ ਦੀ ਹਿੰਸਾ ਲਈ ਜ਼ਿੰਮੇਵਾਰ ਲੋਕਾਂ ਦੀ ਪਹਿਚਾਣ ਕਰਨ ਲਈ ਦੱਸਿਆ ਗਿਆ ਕਿ ਵੱਖੋ-ਵੱਖ ਕਈ ਟੀਮਾਂ ਦਾ ਗਠਨ ਕੀਤਾ ਸੀ। ਪੁਲਿਸ ਨੇ ਲਾਲ ਕਿਲਾ ਕੰਪਲੈਕਸ ਵਿੱਚ ਹੋਈ ਭੰਨ ਤੋੜ ਦੀ ਘਟਨਾ ਨੂੰ ਦੇਸ਼ ਵਿਰੋਧੀ ਗਤੀਵਿਧੀ ਕਰਾਰ ਦਿੱਤਾ ਹੈ। ਫੋਰੈਂਸਿਕ ਮਾਹਰਾਂ ਦੀ ਇੱਕ ਟੀਮ ਨੇ ਦੱਸਿਆ ਗਿਆ ਹੈ ਕਿ ਘਟਨਾ ਤੋਂ ਬਾਅਦ ਲਾਲ ਕਿਲੇ ਦਾ ਦੌਰਾ ਕੀਤਾ, ਸਬੂਤ ਇਕੱਠੇ ਕੀਤੇ। ਦੱਸਣਾ ਬਣਦਾ ਕਿ 26 ਜਨਵਰੀ ਦਾ ਦਿਨ, ਟਰੈਕਟਰ ਪਰੇਡ ਦਾ ਦਿਨ, ਉਸ ਦਿਨ ਟਰੈਕਟਰ ਤੇ ਮੋਟਰਸਾਈਕਲ ਤੇ ਬਹੁਤ ਸਾਰੇ ਵਿਅਕਤੀ ਜਿਹੜੇ ਸਵਾਰ ਸਨ ਲਾਲ ਕਿਲੇ ਦੇ ਅੰਦਰ ਵੜੇ, ਫਸੀਲ ਤੇ ਚੜ੍ਹ ਕੇ ਝੰਡਾ ਲਹਿਰਾਇਆ ਅਤੇ ਪੁਲਿਸ ਇਸ ਨੂੰ ਕਹਿੰਦੀ ਆ ਕਿ ਉੱਥੇ ਇਹਨਾਂ ਲੋਕਾਂ ਨੇ ਹੁੱਲੜਬਾਜ਼ੀ ਕੀਤੀ, ਪੁਲਿਸ ਤੇ ਇਹਨਾਂ ਲੋਕਾਂ ਨੇ ਹਮਲਾ ਕੀਤਾ। ਤੇ ਇਹਦੇ ਵਿੱਚ ਇਕਬਾਲ ਸਿੰਘ ਦੇ ਨਾਮ ਦਾ ਵੀ ਜ਼ਿਕਰ ਕੀਤਾ ਗਿਆ। ਉਹਨਾਂ ਦੱਸਿਆ ਗਿਆ ਕਿ ਫੇਸਬੁੱਕ ਤੇ ਉਹ ਲਾਈਵ ਹੋਇਆ ਸੀ ਤੇ ਪ੍ਰਦਰਸ਼ਨਕਾਰੀਆਂ ਨੂੰ ਉਸਨੇ ਭੜਕਾਇਆ ਸੀ। ਇਹ ਦੋਸ਼ ਇਕਬਾਲ ਸਿੰਘ ਤੇ ਲਾਏ ਗਏ ਹੈ। ਕੋਤਵਾਲੀ ਦੇ SHO ਰਿਤੂ ਰਾਜ ਦੇ ਵੱਲੋਂ ਦਿੱਤੀ ਸ਼ਿਕਾਇਤ ਤੇ ਦਰਜ FIR ਮੁਤਾਬਕ ਅੰਦਾਜ਼ਨ 1000 ਲੋਕ, 30-40 ਟਰੈਕਟਰ ਅਤੇ 150-200 ਦੇ ਕਰੀਬ ਮੋਟਰਸਾਈਕਲ ਅਤੇ ਕਾਰਾਂ ਦੇ ਨਾਲ ਉੱਥੇ ਲਾਲ ਕਿਲੇ ਦੇ ਸਾਹਮਣੇ ਮੈਦਾਨ ਦੇ ਵਿੱਚ ਇਕੱਠੇ ਹੋਏ ਤੇ ਫਿਰ ਲਾਲ ਕਿਲੇ ਦੇ ਅੰਦਰ ਦਾਖਲ ਹੁੰਦੇ ਨੇ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਮੁਲਾਜ਼ਮਾਂ ਦਾ ਪਿੱਛਾ ਕੀਤਾ, ਉਹਨਾਂ ਤੇ ਹਮਲਾ ਕੀਤਾ। ਉਹਨਾਂ ਕੋਲ ਡਾਂਗਾਂ ਤੇ ਕੁਝ ਹੋਰ ਹਥਿਆਰ ਮੌਜੂਦ ਸਨ। ਇਸੇ ਹੀ ਕੇਸ ਦੇ ਵਿੱਚ ਪੁਲਿਸ ਨੇ ਦੱਸਿਆ ਕਿ ਲੱਖਾ ਸਿਧਾਣਾ ਤੇ 6 ਹੋਰ ਵਿਅਕਤੀ ਭਗੌੜੇ ਆ, ਹਾਲੇ ਤੱਕ ਪੁਲਿਸ ਦੇ ਹੱਥ ਨਹੀਂ ਲੱਗੇ, ਗ੍ਰਿਫਤਾਰੀ ਤੋਂ ਬਚ ਰਹੇ ਨੇ। ਤੇ ਲਾਲ ਕਿਲਾ ਹਿੰਸਾ ਲਈ ਦਿੱਲੀ ਪੁਲਿਸ ਨੇ ਕੁੱਲ 44 FIR ਦਰਜ ਕੀਤੀਆਂ ਸਨ ਅਤੇ ਇਹ ਵੀ ਪਤਾ ਲੱਗਿਆ ਕਿ ਇਹਦੇ ਵਿੱਚ ਹੁਣ ਤੱਕ 151 ਲੋਕਾਂ ਦੀਆਂ ਜ਼ਮਾਨਤਾਂ ਕਰਵਾਈਆਂ ਜਾ ਚੁੱਕੀਆਂ ਨੇ। ਵਕੀਲ ਪ੍ਰੇਮ ਸਿੰਘ ਭੰਗੂ ਨੇ ਦੱਸਿਆ ਕਿ ਕਈ ਮੁਕੱਦਮੇ ਤਾਂ ਦਰਜ ਨੇ ਪਰ ਉਹਨਾਂ ਦੇ ਵਿੱਚ ਕਿਸੇ ਵਿਅਕਤੀ ਦਾ ਨਾਮ ਦਰਜ ਨਹੀਂ ਹੈ। ਸੋ ਹੁਣ ਵੇਖਦੇ ਹਾਂ
ਕਿ ਦੂਸਰੇ ਪਾਸੇ ਦੀਪ ਸਿੱਧੂ ਆਪਣੇ ਪਿੰਡ ਬੀਤੇ ਦਿਨੀ ਪਹੁੰਚੇ ਸਨ। ਉਹਨਾਂ ਨੇ ਇੱਕ ਵਾਰੀ ਫਿਰ ਆਖਿਆ ਕਿ ਚਲੋ ਭਾਈ ਆਪਾਂ ਫਿਰ ਇਸ ਅੰਦੋਲਨ ਨੂੰ ਮਜ਼ਬੂਤ ਕਰੀਏ। ਵੱਖੋ ਵੱਖ ਪਿੰਡਾਂ ਦੇ ਵਿੱਚ ਵੀ ਜਾ ਰਹੇ ਹੈ ਤੇ ਪਰ ਜਿਹੜਾ ਆਖੀ ਜਾ ਰਿਹਾ ਹੈ ਕਿ ਭਗੌੜਾ ਹੋ ਗਿਆ ਲੱਖਾ ਸਿਧਾਣਾ। ਲੱਖੇ ਸਿਧਾਣੇ ਨੇ ਤਾਂ ਆਪਣੇ ਪਿੰਡ ਵਿੱਚ ਵੀ ਰੈਲੀ ਕੀਤੀ ਸੀ, ਦਿੱਲੀ ਮੋਰਚੇ ਤੇ ਵੀ ਜਾਇਆ ਹੈ ਤੇ ਨਾਲ ਸ਼ਰੇਆਮ ਕਿਸਾਨ ਆਗੂ ਨੇ ਕਿਹਾ ਸੀ ਕਿ ਲੱਖੇ ਸਿਧਾਣੇ ਨੂੰ ਤੁਸੀਂ ਫੜ ਕੇ ਦਿਖਾਓ। ਸੋ ਹੁਣ ਵੇਖਦੇ ਹਾਂ ਕਿ ਸਰਕਾਰ ਚੁੱਪ ਵੱਟੀ ਬੈਠੀ ਹੈ। ਆ 26 ਤਰੀਕ ਜਿਹੜੀ ਆਉਣ ਵਾਲੀ 26 ਮਈ ਹੈ, ਉਸ ਦਿਨ ਕਾਲਾ ਦਿਵਸ ਮਨਾਇਆ ਜਾਣਾ ਹੈ, ਭਾਵ ਰੋਸ ਦਿਵਸ ਮਨਾਇਆ ਜਾਣਾ ਹੈ। ਸਾਰੇ ਲੋਕਾਂ ਨੂੰ ਕਿਸਾਨ ਸੰਯੁਕਤ ਮੋਰਚੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਘਰਾਂ ਤੇ ਦੁਕਾਨਾਂ ਤੇ ਸਾਈਕਲਾਂ ਤੇ ਸਕੂਟਰਾਂ ਤੇ ਮੋਟਰਸਾਈਕਲਾਂ ਤੇ ਆਪਣੇ ਵਾਹਨਾਂ ਦੇ ਉੱਤੇ ਕਾਲੀਆਂ ਝੰਡੀਆਂ ਲਾਓ ਤਾਂ ਕਿ ਸਰਕਾਰ ਤੱਕ ਸੁਨੇਹਾ ਪਹੁੰਚੇ ਕਿ ਅੰਦੋਲਨ ਦੇ ਨਾਲ ਬੱਚਾ ਬੱਚਾ ਤੇ ਜਨ ਜਨ ਜੁੜ ਚੁੱਕਿਆ ਹੈ। ਸੋ ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਸੱਚਮੁੱਚ ਪ੍ਰੋਗਰਾਮ ਚੰਗਾ ਲੱਗਿਆ ਕਿਰਪਾ ਕਰਕੇ ਲਾਈਕ ਵੀ ਜ਼ਰੂਰ ਕਰਿਓ, ਸ਼ੇਅਰ ਕਰਨ ਦੀ ਕਿਰਪਾਲਤਾ ਵੀ ਜ਼ਰੂਰ ਕਰ ਲੈਣੀ ਤੇ ਨਾਲ ਹੀ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਹੁਣ ਸਮਾਂ ਲਗਭਗ ਸਮਾਪਤ। ਜਾਣ ਤੋਂ ਪਹਿਲਾਂ ਆਖਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।